खालसा वाहिगुरू जी की फतेह। संगत जी, पंथ रतन ज्ञानी संत मस्कीन जी के विचार ने तो कथा विच विचारते हैं कि वाहिगुरू वाहिगुरू जपदियां समा किद्दां बदलदा है पता भी नहीं लगता इंसान नूं। अगर कोई इंसान सिमरन दे विच लीन है, सिमरन जपदा है तो उहदा समा बदलदियां घड़ी भी नहीं लगती। आओ मस्कीन जी की कथा सुनिए, फिर अंत कथा के विचार करांगे कि मस्कीन जी कथा विच की दसदे ने। रिपीट होवे, संस्कार बनते जान। ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ। ਉਹ ਫਲ ਹੈ। ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ ਹੈ, ਪਰ ਹੁਣ ਫਲ ਬਣ ਗਏ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਏ। ਚਲੋ ਜ਼ਮੀਨ ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ। ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਭੂਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪੈਂਦਾ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ ਹੈ, ਪਤਨੀ ਦਾ ਬੋਇਆ ਪਤਨੀ ਖਾਂਦੀ ਹੈ। ਆਪ ਬੀਜ ਆਪੇ ਹੀ ਖਾਏ। ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ। ਜੀਵਨ ਦੇ ਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾਏ। ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ। ਕਰਮ ਬੀਜ ਦੀ ਤਰ੍ਹਾਂ ਹੈ, ਸੰਸਕਾਰ ਬੂਟੇ ਦੀ ਤਰ੍ਹਾਂ ਹੈ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਹੈ। ਕੋਈ ਵੀ ਚਲੋ ਬੋ ਦਿੱਤਾ ਹੈ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ ਹੈ, ਕਟਿਆ ਜਾ ਸਕਦਾ, ਫਲ ਬਣ ਗਿਆ। ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖਾ ਹੈ ਤੇ ਖਾਣਾ ਪਏਗਾ। ਫਲ ਹੋ ਗਿਆ। ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, 2-4 ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ, ਮੈਂ ਉਹ ਨਹੀਂ ਬੋਂਦਾ, ਮੈਂ ਹੋਰ ਬੋਣਾ ਚਾਹੁੰਦਾ। ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ ਹੈ। ਜੋ ਮੈਂ ਮਨ ਕਰਕੇ ਬੋਲਿਆ ਹੈ, ਅੰਦਰ ਲਿਖਿਆ ਗਿਆ ਹੈ। ਜੋ ਮੈਂ ਮਨ ਕਰਕੇ ਕੀਤਾ ਹੈ, ਅੰਦਰ ਲਿਖਿਆ ਗਿਆ। ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਬਦੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ ਹੈ? ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ? ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ ਹੈ। ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ ਹੈ, ਸੋਚ ਰਿਹਾ ਹੈ, ਮਾਨਸਿਕ ਕਰਮ ਚੱਲ ਰਿਹਾ ਹੈ, ਭਾਵੇਂ ਤਨ ਕ੍ਰਿਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ। ਥੋੜਾ ਜਿਹਾ ਧਿਆਨਪੂਰਵਕ ਸੁਣਨਾ। ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ। ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ ਹੈ, ਸੋਚ ਰਿਹਾ ਹੈ, ਚਿੰਤਨ ਕਰ ਰਿਹਾ ਹੈ, ਵਿਚਾਰ ਕਰ ਰਿਹਾ ਹੈ, ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ ਨੇ। ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਲ ਹੋਵੇ, ਭਾਵੇਂ ਨਾ ਸ਼ਾਮਲ ਹੋਵੇ। ਜਦ
ਤਨ ਨਾਲ ਸ਼ਾਮਲ ਹੁੰਦਾ ਹੈ ਤਾਂ ਕਰਮ ਕ੍ਰਿਤ ਬਣ ਜਾਂਦਾ ਹੈ। ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤਾਂ ਕਰਮ ਕਰਮ ਹੈ, ਕ੍ਰਿਤ ਨਹੀਂ ਬਣਿਆ, ਕ੍ਰਿਤ ਨਹੀਂ ਬਣਿਆ। ਸਮਾਜ ਕਾਨੂੰਨ ਮਨੁੱਖ ਦੀ ਕ੍ਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ, ਦੇਖ ਵੀ ਨਹੀਂ ਸਕਦੀ। ਤੁਸੀਂ ਇੱਥੇ ਸੋਚਦੇ ਕੀ ਪਏ ਹੋ, ਮੈਨੂੰ ਕੀ ਪਤਾ। ਮੈਂ ਇੱਥੇ ਸਟੇਜ ਤੇ ਬੈਠਾ ਜਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ, ਤੁਹਾਨੂੰ ਕੀ ਪਤਾ। ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ, ਕ੍ਰਿਤ ਤੱਕ ਪਹੁੰਚ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ, ਜਦ ਤਨ ਤੇ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ, ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ, ਇਹਦੀ ਕ੍ਰਿਤ ਕੀ। ਐਸਾ ਵੀ ਹੋ ਸਕਦਾ ਹੈ ਕ੍ਰਿਤ ਬੜੀ ਚੰਗੀ ਕਰ ਰਿਹਾ ਹੈ, ਉਸ ਵਿੱਚ ਮਨ ਨਹੀਂ ਹੈ, ਮਨ ਇਨਕਾਰੀ ਹੈ। ਤੇ ਜੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕ੍ਰਿਤ ਕਿਉਂ ਕਰ ਰਿਹਾ? ਸਮਾਜ ਲਈ ਕਰ ਰਿਹਾ। ਸਮਾਜ ਚੰਗਾ ਚੰਗਾ ਆਖੇਗਾ, ਲੋਕੀ ਚੰਗਾ ਚੰਗਾ ਆਖਣਗੇ। ਸਮਾਜ ਦੇ ਚ ਰਹਿਣਾ ਹੈ ਤਾਂ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ। ਬੜੇ ਧਿਆਨ ਨਾਲ ਸੁਣਨਾ। ਦੁਨੀਆ ਭਰ ਦੇ ਆਤਮਦਰਸ਼ੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਕਸਰ ਦੇਖਿਆ ਗਿਆ ਪਰਮਾਤਮਾ ਦੀ ਨਜ਼ਰਾਂ 'ਚ ਬੁਰਾ ਹੀ ਆਉਂਦਾ ਹੈ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਵਾਹਿਗੁਰੂ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ, ਤੂੰ ਦੁਨੀਆ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਤੇ ਪ੍ਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇ। ਇਸ ਨਾਲੋਂ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇ, ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇ। ਇਸ ਨੂੰ ਚੁਣ। ਮਨੁੱਖ ਦੀ ਤੇ ਸਾਰੀ ਕੋਸ਼ਿਸ਼ ਹੀ ਹੈ ਸਮਾਜ ਚੰਗਾ ਰਹਿਣਾ, ਜੋ ਸਮਾਜ ਦੇ ਚ ਹੈ। ਤੇ ਸਮਾਜ ਤਤ ਚਿੰਨ ਫੈਸਲਾ ਕਰਦਾ ਹੈ, ਰਹਿਣਾ ਸਮਾਜ ਦੇ ਚ। ਕਰਮ ਜਦ ਕ੍ਰਿਤ ਬਣਦਾ ਹੈ, ਉਹਨੂੰ ਸਮਾਜ ਦੇਖਦਾ ਹੈ। ਹੱਥਾਂ ਦੁਆਰਾ ਕ੍ਰਿਤ ਪ੍ਰਗਟ ਹੋਈ, ਜ਼ਬਾਨ ਦੁਆਰਾ ਬੋਲਣਾ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ, ਲੋਕੀ ਦੇਖਦੇ। ਪਰ ਮਨ ਕੀ ਬੋਲਦਾ ਪਿਆ ਅੰਦਰ, ਸਮਾਜ ਨਹੀਂ ਦੇਖਦਾ, ਦੇਖ ਵੀ ਨਹੀਂ ਸਕਦਾ। ਮਨ ਕੀ ਸੋਚ ਰਿਹਾ, ਕਾਨੂੰਨ ਦੇਖ ਵੀ ਨਹੀਂ ਸਕਦਾ, ਸਮਾਜ ਦੇਖ ਵੀ ਨਹੀਂ ਸਕਦਾ। ਐਸਾ ਵੀ ਹੋ ਸਕਦਾ ਹੈ ਤਨ ਸ਼ੁਭ ਕ੍ਰਿਤ ਕਰ ਰਿਹਾ ਹੈ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣਨਗੇ। ਇਸ ਸ਼ੁਭ ਕ੍ਰਿਤ ਦੇ ਅੰਦਰ ਸੰਸਕਾਰ ਨਹੀਂ ਬਣ, ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ ਦਾਨ ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ, ਬਾਣੀ ਪੜ੍ਹ ਰਿਹਾ ਹੈ, ਸੇਵਾ ਕਰ ਰਿਹਾ ਹੈ, ਮਨ ਨਹੀਂ ਹੈ ਵਿੱਚ, ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ, ਕੁਝ ਬੁਰਾ ਕੀਤਾ ਹੈ, ਉਸ ਵਿੱਚ ਮਨ ਨਹੀਂ ਸੀ, ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾਨ। ਬੋਲਿਆ ਬੁਰਾ ਹੈ, ਪਰਮਾਤਮਾ ਦੀ ਨਿਗਾਹ 'ਚ ਖਰਾ ਹੈ, ਸਮਾਜ ਦੀ ਨਿਗਾਹ 'ਚ ਖੋਟਾ ਹੈ। ਬੁਰਾ ਜੋ ਬੋਲਿਆ, ਭੈੜਾ ਜੋ ਬੋਲਿਆ, ਪਰ ਭੈੜੀ ਜ਼ਬਾਨ ਬੋਲ ਗਈ ਹੈ ਉਸਦੀ, ਉਸ ਵਿੱਚ ਉਸਦਾ ਮਨ ਨਹੀਂ ਸੀ, ਪਛਤਾਪ ਕਰ ਰਿਹਾ ਹੈ। ਵੀ ਖਰੇ ਹਰ ਬਾਣੇ। ਕਈ ਦਫਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ ਹੈ, ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ ਹੈ, ਔਰ ਕਈ ਦਫਾ ਸਮਾਜ ਦੀ ਨਿਗਾਹ ਦੇ 'ਚ ਖਰਾ ਹੁੰਦਾ ਹੈ, ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ ਹੈ, ਖੋਟਾ ਹੁੰਦਾ ਹੈ। ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ, ਬਿਹਤਰ ਹੈ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ, ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ, ਬਿਹਤਰ ਹੈ।
ਇਹ ਚੁਣਾਵ ਕਰ। ਇਸ ਚੁਣਾਵ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਬ ਕੋ ਲੋਗਨ ਕੋ ਪਤੇ ਆਵੇ, ਕਬ ਕੋ ਲੋਗਨ ਕੋ ਪਤੇ ਆਵੇ, ਲੋਕ ਪਤੀਣੇ ਨਾ ਪਤ ਹੋਏ। ਜਨ ਨਾਨਕ ਹਿਰਦੇ ਸਦ ਧਿਆਓ, ਤਾਂ ਜੈ ਜੈ ਕਰੇ ਸਭ ਕੋ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲੇ ਆ? ਕਦੀ ਬਗੌਰ ਮੁਤਾਲਾ ਕਰੋਗੇ ਔਰ ਇਹ ਆંકੜੇ ਸਹੀ ਨੇ, 99% ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ, ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪ੍ਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ। ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ। ਇਤਨੀ ਮੈਂ ਅਰਜ਼ ਕਰਦੇ ਹਾਂ। ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਦੇ 'ਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ। ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪ੍ਰਮਾਤਮਾ ਦਾ ਫੈਸਲਾ ਹੈ। ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ ਹੀ ਨਹੀਂ। ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਹੁੰਦਾ ਹੈ। ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ। ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਹੁੰਦੀ ਹੈ। ਚੋਰ ਪੂਰਾ ਸਾਵਧਾਨ ਹੁੰਦਾ ਹੈ ਚੋਰੀ ਕਰਨ ਲੱਗਿਆ। ਕਾਤਲ ਪੂਰਾ ਸਾਵਧਾਨ ਹੁੰਦਾ ਹੈ ਕਤਲ ਕਰਨ ਲੱਗਿਆ। ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ੍ਹ। ਪੂਰਾ ਸਾਵਧਾਨ ਹੁੰਦਾ ਹੈ, ਬੜਾ ਸਾਵਧਾਨ ਹੁੰਦਾ ਹੈ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ, ਕੋਈ ਸਾਵਧਾਨੀ ਨਹੀਂ। ਕੀਰਤਨ ਸੁਣਦਾ ਪਿਆ, ਸਾਵਧਾਨੀ ਕੋਈ ਨਹੀਂ। ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ, ਕੀਰਤਨ ਦੇ ਨਹੀਂ ਬਣਦੇ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ। ਕਿਉਂ? ਉਸ ਵਿੱਚ ਮਨ ਨਹੀਂ ਸੀ, ਸਾਵਧਾਨੀ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮਨ ਕਰ ਕਭੂ ਨਾ ਹਰ ਗੁਣ ਗਾਇਓ। ਗਾਉਂਦਾ ਪਿਆ, ਪਾਠ ਕਰਦਾ ਪਿਆ, ਮਨ ਤੇ ਉਸ ਵਿੱਚ ਹੈ ਨਹੀਂ, ਸੰਸਕਾਰ ਨਹੀਂ ਬਣਨਗੇ। ਮਨ ਕਰ ਕਭੂ ਨਾ ਹਰ ਗੁਣ ਗਾਇਓ, ਵਿਖਿਆ ਸਖਤ ਰਹਿਓ ਨਿਸਬਾਸਤ, ਕੀਨੋ ਆਪਣੋ ਪਾਇਓ। ਮਨ ਉਸੇ ਹੀ ਕਰਮ ਦੇ ਚਾਹੁੰਦਾ ਜਿਸ ਤੋਂ ਪ੍ਰਭਾਵਿਤ ਹੈ। ਮਨ ਉਸੇ ਹੀ ਕਰਮ ਵਿੱਚ ਆਉਂਦਾ ਜਿਸ ਤੋਂ ਲਾਭ ਹੈ। ਅਗਰ ਬੁਰੇ ਕਰਮ ਦੇ ਚ ਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ। ਅਗਰ ਪਤਾ ਚੱਲ ਜਾਏ ਸ਼ੁਭ ਕਰਮ ਦੇ ਚ ਲਾਭ ਹੈ ਤਾਂ ਕਰੇਗਾ। ਮਨੋਰਥ ਲਾਭ ਹੈ, ਔਰ ਲਾਭ ਵੀ ਸਿਰਫ ਦੁਨਿਆਵੀ, ਕੋਈ ਅਧਿਆਤਮਕ ਨਹੀਂ, ਕੋਈ ਪ੍ਰਮਾਤਮ ਨਹੀਂ। ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਆ, ਨਹੀਂ ਤੇ ਨਹੀਂ ਕਰਦੇ। ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤਾਂ ਕਰਦੇ ਆ, ਕਰਨਾ ਹੈ। ਮੂਲ ਤੇ ਲਾਭ ਦੀ ਗੱਲ ਹੈ। ਆਪ ਸੁਣ ਕੇ ਹੈਰਾਨ ਹੋਗੇ। ਸੁਭਾਵਕ ਸਾਹਮਣੇ ਮੇਰੇ ਵਾਕ ਆ ਗਿਆ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਦੀ ਵੰਡ ਦੇ ਮੁਤਾਬਕ 4 ਵਰਨ ਬਣਦੇ ਨੇ। ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ, ਬੜਾ ਸੋਚੇ, ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ, ਜ਼ਬਾਨ ਪਿੱਛੇ ਹੋਵੇ, ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ, ਪੈਰ ਅੱਗੇ ਨਾ ਹੋਣ। ਮੂਰਖ ਮਨੁੱਖ
ਪੈਰ ਅੱਗੇ ਨੇ ਅਗਲ ਪਿੱਛੇ ਹੈ। ਕਦਮ ਪਹਿਲੇ ਪੁੱਟ ਲੈਂਦਾ, ਸੋਚਦਾ ਬਾਅਦ ਵਿੱਚ ਹੈ। ਸਿਆਣਾ ਅਕਲ ਅੱਗੇ ਕਦਮ ਪਿੱਛੇ, ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਦਾ। ਸਿਆਣਾ ਮਨੁੱਖ ਸੋਚਦਾ ਪਹਿਲੇ ਬੋਲਦਾ ਬਾਅਦ ਵਿੱਚ ਹੈ। ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ, ਸੋਚਦਾ ਪਹਿਲੇ। ਮੂੜ ਕਰਦਾ ਪਹਿਲੇ, ਸੋਚਦਾ ਬਾਅਦ ਵਿੱਚ ਹੈ। ਇਹ ਪਹਿਚਾਣ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ, ਸਿਰ ਨੂੰ ਅੱਗੇ ਰੱਖਦਾ ਹੈ, ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਜ਼ਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ, ਬਹੁਤਾਤ ਵਿੱਚ ਜ਼ਾਤ ਮੰਨ ਲਈ ਗਈ, ਵਰਨਾ ਇਹ ਜ਼ਾਤ ਨਹੀਂ ਹੈ। ਗੁਰਬਾਣੀ ਜ਼ਾਤ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ ਹੈ? ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਆਖ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣ ਹੈ। ਵਿਦਿਆ ਦੀ ਵਿਚਾਰ ਕਰਦਾ ਹੈ, ਸੋਚਦਾ ਹੈ ਬ੍ਰਾਹਮਣ। ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ। ਹੱਥ ਅੱਗੇ ਨੇ, ਹੱਥਾਂ 'ਚ ਤਾਕਤ ਹੋਣੀ ਚਾਹੀਦੀ। ਸਿਰ ਦੇ 'ਚ ਨਹੀਂ ਹੈ ਤੇ ਨਾ ਸਹੀ। ਹੱਥ ਮਜ਼ਬੂਤ ਹੋਣੇ ਚਾਹੀਦੇ। ਮੇਰੇ 2 ਹੱਥ ਇਤਨੇ ਮਜ਼ਬੂਤ ਹੋਵਨ, 1000 ਹੱਥਾਂ ਨੂੰ ਜਕੜ ਕੇ ਰੱਖ ਦੇਣ। ਪਤਾ ਹੈ ਭਾਰਤ ਵਿੱਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੂ। ਸਹਿਨਸਰ ਬਾਹੂ, ਸਹੰਸ ਕਹਿੰਦੇ ਨੇ 1000 ਨੂੰ, 1000 ਬਾਹਾਂ ਵਾਲਾ। ਮਿਥਿਹਾਸ ਦੇ ਵਿੱਚੋਂ ਸੱਚਾਈ ਕੱਢਣੀ ਪਏਗੀ। 1000 ਬਾਹਾਂ ਇੱਕੋ ਹੀ ਮਨੁੱਖ ਦੀਆਂ ਹੋਣ ਤਾਂ ਮੇਰੇ ਖਿਆਲ ਸਾਰਾ ਹਾਲ ਕਮਰੇ 'ਚੋਂ ਇਕੱਲਾ ਹੀ ਬੈਠ ਸਕੇਗਾ। 1000 ਬਾਹਾਂ, ਬਹੁਤ ਵੱਡਾ ਸਰੀਰ ਚਾਹੀਦਾ ਹੈ। 1000 ਬਾਹਾਂ। ਪਰ ਮੈਰਜ ਕਰਾਂ ਸੱਚਾਈ ਹੈ, ਹੁੰਦੇ ਨੇ ਸਹਿਨਸਰ ਬਾਹੂ ਹਨ ਤੇ ਉਸਦੇ ਕੋਲ 2 ਹੱਥ, ਪਰ ਉਹਦੇ ਕੋਲ 1000 ਹੱਥ ਜੁੜੇ ਹੁੰਦੇ, ਜੋੜ ਕੇ ਖੜੇ ਹੁੰਦੇ। ਉਹਦੇ 2 ਹੱਥ 1000 ਹੱਥਾਂ ਨੂੰ ਬੰਨ ਕੇ ਰੱਖ ਦਿੰਦੇ। ਉਹਦੇ 2 ਹੱਥ 1000 ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨਸਰ ਬਾਹੂ। ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ 2 ਬਾਹਾਂ ਦੇ 'ਚ 1000 ਬਾਹਾਂ ਦਾ ਬਲ ਹੋਵੇ। ਸਹਿਨਸਰ ਬਾਹੂ ਕੌਣ ਨਹੀਂ ਬਣਨਾ ਚਾਹੁੰਦਾ? ਸਭ ਕੁਝ ਮੇਰੇ ਹੱਥਾਂ 'ਚ ਹੋਵੇ, ਸਭ ਕੁਝ ਮੇਰੀ ਮੁੱਠੀ ਦੇ 'ਚ ਹੋਵੇ। ਮੁਗਲ ਸ਼ਹਿਨਸ਼ਾਹ ਤੇ ਆਪਣਾ ਤਖੱਲੁਸ ਇਸੇ ਤਰ੍ਹਾਂ ਰੱਖਦੇ ਰਹੇ। ਜਹਾਂਗੀਰ, ਸਾਰਾ ਜਹਾਨ ਮੇਰੀ ਪਕੜ ਦੇ 'ਚ, ਮੇਰੀ ਮੁੱਠੀ ਦੇ 'ਚ। ਅਕਬਰ, ਜਲਾਲੁਦੀਨ ਤੇ ਨਾਮ ਸੀ ਅਕਬਰ। ਪਤਾ ਅਕਬਰ ਕਿਸ ਨੂੰ ਕਹਿੰਦੇ ਨੇ? ਅਕਬਰ ਦੇ ਅੱਖਰ ਸਭ ਤੋਂ ਵੱਡਾ। ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾ ਹੀ ਅਕਬਰ ਹੈ। ਹੋਵੇਗਾ ਅੱਲਾ ਅਕਬਰ। ਜਲਾਲੁਦੀਨ ਨੇ ਕਿਹਾ ਮੈਂ ਅਕਬਰ, ਗੱਲ ਖਤਮ। ਜਲਾਲੁਦੀਨ ਅਕਬਰ। ਕੌਣ ਨਹੀਂ ਅਕਬਰ ਬਣਨਾ ਚਾਹੁੰਦਾ? ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ? ਔਰ ਇਹ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ। ਹੰਕਾਰ ਐਸਾ ਕਰਦਾ ਹੈ। ਹਰਨਾਕਸ਼ ਨੇ ਕੀਤਾ ਸੀ। ਰੱਬ ਕੀ ਹੁੰਦਾ? ਮੈਂ ਖੁਦ ਰੱਬ ਹਾਂ। ਐਸਾ ਕੀਤਾ ਸੀ ਨਮਰੂਦ ਨੇ। ਖੁਦਾ ਕੀ ਹੁੰਦਾ? ਮੈਂ ਖੁਦ ਖੁਦਾ ਹਾਂ। ਕੀਤਾ ਸੀ ਉਸਨੇ। ਹੱਥ ਇਤਨੇ ਮਜ਼ਬੂਤ ਹੋਵਨ, ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਣ। ਹੱਥਾਂ ਵਿੱਚ ਇਤਨੀ ਤਾਕਤ ਹੋਵੇ, 1000 ਸਿਰ ਮੇਰੇ ਅੱਗੋਂ ਝੁਕ ਜਾਵਨ। ਸਹਿਨਸਰ ਬਾਹੂ। ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, किसी के एक आंसू पर 1000 दिल तड़पते हैं, किसी का उम्र भर रोना यूं ही बेकार जाता है।
ਇੱਕ ਹੰਝੂ ਨਿਕਲੇ, ਹਜ਼ਾਰਾਂ ਦਿਲ ਰੋ ਉੱਠੇ ਨੇ। ਸਾਰੀ ਜ਼ਿੰਦਗੀ ਕੋਈ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ, ਕਿਉਂ ਰੋਂਦਾ। ਸਹਿਨਸਰ ਬਾਹੂ, ਦੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ। ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮੁਤਲਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ, ਉਹਨੂੰ ਕਹਿੰਦੇ ਸਨ ਖੱਤਰੀ, ਛਤਰੀ। ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ 'ਚ ਹੈ, ਸ਼ਕਤੀ ਜਿਸ ਦੇ ਹੱਥ 'ਚ, ਛਤਰੀ। ਇਹਦਾ ਅਪਰ ਭ੍ਰੰਸ਼ ਹਿੰਦੀ ਪੰਜਾਬੀ 'ਚ ਖੱਤਰੀ ਅਸੀਂ ਕਹਿ ਦਿੰਦੇ ਹਾਂ, ਵਰਨਾ ਲਫ਼ਜ਼ ਸੰਸਕ੍ਰਿਤ ਦਾ ਛਤਰੀ। ਸ਼ਸਤਰ ਜਿਹਦੇ ਕੋਲ ਹੈ, ਸ਼ਕਤੀ ਜਿਹਦੇ ਕੋਲ ਹੈ, ਛਤਰੀ। ਹੱਥ ਬੜੇ ਮਜ਼ਬੂਤ ਨੇ, ਹੱਥਾਂ 'ਚ ਬੜੀ ਤਾਕਤ ਹੈ। ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਤੇ। ਇਹ ਦੋ ਹੱਥ ਇਤਨੇ ਮਜ਼ਬੂਤ ਨੇ, ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ। ਛਤਰੀ। ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ, ਅਕਲ ਨੂੰ ਅੱਗੇ ਕਰਨਾ ਉਹਦਾ ਸੁਭਾਅ ਨਹੀਂ। ਹੱਥਾਂ ਨੂੰ ਮਜ਼ਬੂਤ ਕਰਨਾ ਵੀ ਉਹਦਾ ਸੁਭਾਅ ਨਹੀਂ। ਹਰ ਵਕਤ ਭਾਰੀ ਵਜ਼ਨੀ ਕੰਮ ਦੇ 'ਚ ਆਪਣੇ ਆਪ ਨੂੰ ਲਾਈ ਰੱਖਣਾ। ਜੈਸੇ ਸਾਰੇ ਸਰੀਰ ਦਾ ਵਜ਼ਨ, ਸਿਰ ਦਾ, ਹੱਥਾਂ ਦਾ, ਪੇਟ ਦਾ ਕੌਣ ਚੁੱਕਦੇ ਨੇ? ਪੈਰ। ਜ਼ਾਤ ਨਹੀਂ ਹੈ ਸ਼ੂਦਰ, ਕੋਈ ਯਾਤ ਨਹੀਂ ਹੈ, ਪੈਰ ਸ਼ੂਦਰ ਨੇ। ਪਰ ਸ਼ੂਦਰ ਦੀ ਮਹਾਨਤਾ ਹੈ, ਸਿਰ ਨਹੀਂ ਪੂਜਿਆ ਜਾਂਦਾ, ਹੱਥ ਨਹੀਂ ਪੂਜੇ ਜਾਂਦੇ, ਚਰਨ ਨਹੀਂ ਪੂਜੇ ਜਾਂਦੇ। ਇਹ ਵੀ ਮਹਿਜ਼ ਕਰਦੇ ਆ। ਭਾਰ ਚੁੱਕਦੇ, ਪੇਟ ਦਾ ਵੀ ਭਾਰ ਚੁੱਕਿਆ, ਹੱਥਾਂ ਦਾ ਵੀ ਭਾਰ ਚੁੱਕਿਆ, ਸਿਰ ਦਾ ਵੀ ਭਾਰ ਚੁੱਕਿਆ। ਵਜ਼ਨੇ ਕਮ, ਭਾਰੀ ਕਮ ਇਹ ਨਾ ਕਰਨ, ਸਾਰਾ ਸੰਸਾਰ ਰੁਕ ਜਾਏਗਾ। ਕੋਈ ਮਕਾਨ ਨਾ ਬਣਾਵੇ, ਕੋਈ ਮੋਏ ਢੋਰਾਂ ਦੀ ਖੱਲ ਨਾ ਲਾਵੇ, ਜੁੱਤੀਆਂ ਨਾ ਬਣਾਵੇ, ਕਪੜਾ ਨਾ ਬਣਾਵੇ, ਇੱਟਾਂ ਨਾ ਬਣਾਵੇ। ਇਹ ਸਭ ਵਜ਼ਨੀ ਕੰਮ ਸਨ, ਭਾਰੀ ਕੰਮ ਸਨ। ਤੋ ਸਿਰਫ ਸਿਰ ਵਾਲਾ ਕਿੱਥੇ ਰਵੇਗਾ? ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੂਦਰ ਦਾ, ਕਿਰਤੀ ਬੰਦੇ ਦਾ ਸਤਿਕਾਰ ਹੋਇਆ, ਸਨਮਾਨ ਹੋਇਆ, ਉੱਥੇ ਉੱਥੇ ਕਿਰਤ ਕਰਕੇ ਧਨ ਵੱਧ ਗਿਆ। ਭਾਰਤ ਦਾ ਮੁਫਲਿਸ ਹੋਣਾ ਕਾਰਨ ਦੋ ਸਨ। ਇੱਕ ਤੇ 1000 ਸਾਲ ਦੀ ਗੁਲਾਮੀ, ਦੂਸਰਾ ਕਿਰਤੀ ਬੰਦਾ ਸ਼ੂਦਰ ਹੈ, ਜੁਲਾਹਾ ਸ਼ੂਦਰ ਹੈ, ਚਮਾਰ ਸ਼ੂਦਰ ਹੈ, ਰਾਜ ਮਿਸਤਰੀ ਸ਼ੂਦਰ ਹੈ, ਲੋਹਾਰ ਸ਼ੂਦਰ ਹੈ, ਦਰਕਾਨ ਸ਼ੂਦਰ, ਸਭ ਸ਼ੂਦਰ ਜੋ ਕਿਰਤ ਕਰਦੇ ਨੇ। ਤੇ ਧਨ ਤੇ ਕਿਰਤ ਨਾਲ ਆਏਗਾ। ਕਿਰਤੀ ਸ਼ੂਦਰ। ਪਛੜ ਗਿਆ ਦੇਸ਼, ਨਹੀਂ ਤੇ ਦੇਸ਼ ਸਾਰੀ ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ। ਮੰਗੋਲ ਵੀ ਭਾਰਤ ਗਏ ਆਪਣੀ ਉਦਰ ਪੂਰਤੀ ਲਈ। ਈਰਾਨ ਗਿਆ, ਅਫਗਾਨਿਸਤਾਨ ਗਿਆ, ਅਰਬ ਗਿਆ, ਫਰੈਂਚ ਗਏ, ਡਚ ਗਏ, ਪੁਰਤਗੇਜ਼ ਗਏ, ਅੰਗਰੇਜ਼ ਗਏ। ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ, ਉਹ ਕੇਂਦਰ ਸੀ, ਜੈਸੇ ਅੱਜ ਸਾਰਿਆਂ ਦੀ ਨਿਗਾਹ 'ਚ ਅਮਰੀਕਾ ਬਣਿਆ ਹੋਇਆ ਹੈ। ਅਮਰੀਕਾ ਤੋਂ ਵੀ ਵੱਧ ਸੀ ਭਾਰਤ। ਮੰਗੋਲ ਉੱਥੇ ਹੀ ਆਏ, ਡਚ ਉੱਥੇ ਹੀ ਆਏ, ਪੁਰਤਗੇਜ਼ ਉੱਥੇ ਹੀ ਆਏ, ਅਫਗਾਨੀ ਉੱਥੇ ਆਏ, ਉਜ਼ਬੇਕਿਸਤਾਨੀ ਔਰ ਟਰਕਸ਼ ਤੁਰਕੀ ਦੇ ਲੋਕ, ਈਰਾਨੀ, ਅਰਬੀਅਨ, ਅੰਗਰੇਜ਼, ਫਰੈਂਚ, ਸਭ ਦੀ ਉਦਰ ਪੂਰਤੀ ਦਾ ਕੇਂਦਰ ਭਾਰਤ ਸੀ। ਸੋਨੇ ਦੀ ਚਿੜੀਆ ਸੀ। 1000 ਸਾਲ ਦੀ ਗੁਲਾਮੀ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ। ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮਿਊਜ਼ੀਅਮ ਦੇ ਵਿੱਚ, ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾ। ਸੋਨੇ ਦੇ ਰੱਥ, ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪਏ ਨੇ, ਲਿਖਿਆ ਹੈ ਉੱਥੇ। ਕੋਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ।
ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮਿਊਜ਼ੀਅਮ ਦੇ ਚੋਂ ਕੱਢ ਦਈਏ ਤੇ ਰਹਿੰਦਾ ਕਿ ਉੱਥੇ ਕੱਖ ਕੁਝ ਵੀ ਨਹੀਂ ਰਹਿੰਦਾ। ਹਜ਼ਾਰਾਂ ਪਾਉਂਡ ਦੀ ਆਮਦਨ ਹੈ, 10 ਪਾਉਂਡ ਟਿਕਟ ਹੈ, ਜਾ ਕੇ ਦੇਖੋ ਕੋਹ-ਨੂਰ ਹੀਰਾ, ਸੋਨੇ ਦੇ ਥਾਲ, ਸੋਨੇ ਦੇ ਰੱਥ, ਹੀਰੇ ਮੋਤੀ, ਇਹ ਸਭ ਉੱਥੋਂ ਲਿਆਂਦਾ। ਈਰਾਨੀ ਲੁੱਟਦੇ ਰਹੇ, ਤਖਤੇ ਤਾਊਸ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ, ਉਜ਼ਬੇਕਿਸਤਾਨੀ ਲੁੱਟਦੇ ਰਹੇ, ਤੁਰਕਮੇਨਿਸਤਾਨੀ ਲੁੱਟਦੇ ਰਹੇ, ईरानी लुटते रहे, अफगानी लुटते रहे, फिर अरबियक आए, फ्रेंच आए, डच आए, पुर्तगेज़ आए, फिर अंग्रेज़ आए। 1000 साल तक लुटते रहे। 1000 साल तक जिसनों लुटिया जाए तो रह की जाएगा, फिर रह की जाएगा, फिर रह की जाएगा, फिर रह की। ਸੰਗਤ ਜੀ, ਮਸਕੀਨ ਜੀ ਦੇ ਵਿਚਾਰ ਬਹੁਤ ਸੁੰਦਰ ਸਨ। ਕਾਫੀ ਵਿਵਰਨ ਤੇ ਉਹਨਾਂ ਨੇ ਸਮਝਾਇਆ ਡਿਟੇਲ ਵਿੱਚ ਕਿ ਇਸ ਸੰਸਾਰ ਦੇ ਵਿੱਚ ਜਿਤਨੇ ਵੀ ਪ੍ਰਾਣੀ ਹਨ 90% ਪ੍ਰਾਣੀ ਮਨ ਕਰਕੇ ਕੋਈ ਵੀ ਕੰਮ ਨਹੀਂ ਕਰਦੇ। ਅਗਰ ਮਨ ਕਰਕੇ ਕੋਈ ਕੰਮ ਕੀਤਾ ਜਾਏ, अगर मन करके तो शरीर करके दोनों ਨੂੰ मिला के कोई काम किया जाए तो वो काम जो है वो महाराज दी दरगाह ते मंजूर होता है। मगर इस जो लोग हैं इस संसार दे विच मन करके बाणी नहीं जपते, मन करके गलत काम करेंगे। अगर कोई गलत काम करता है तो वो पूरी सुचेतना दे नाल काफ़ी होशियार होकर काम करता है। उसका मन जो है वो जुड़े दा हुंदा है कि मैं लोग मैनू देख ना लैन, मैं किते पकड़ा ना जावां। गलत कामां दे विच मनुख अपना मन जोड़दा है, गलत विचारां दे विच, गलत सोचां दे विच अपना मन जोड़दा है। प्रभु दा नाम जपण लई अगर कोई वाहिगुरू 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 करता है, उसदे विच अपना मन नहीं जोड़दा। वो सिर्फ एक बाहरों बाहरों वाहिगुरू वाहिगुरू जपता है, मन करके नहीं जपता, लोग दिखावा करता है। इस संसार दे विच मस्कीन जी दसदे ने कि लोग दिखावे लई लोग दान करते हैं, कार पाठ रखाते हैं, पूजा करते हैं, बहुत कुछ करते हैं, बट वो किस लिए? सिर्फ लोग दिखावे लई। प्रभु नूं खुश करन लई, प्रभु लई असीं लोग की करते हैं? इस संसार दे मनुख इंसान के करते हैं? कुछ भी नहीं करते। अगर असीं जो लोग दिखावा करते हैं संसार दा मन करके, अगर वो मन करके असी वाहिगुरू प्रीतम दी बाणी पढ़िए, अपने शरीर नू, अपने दिमाग नू और अपने मन नू एकाग्रजित करके वाहिगुरू दी बाणी पढ़िए ते असी वाहिगुरू दे दरगाह ते साडी बाणी मंजूर होएगी। असी वाहिगुरू दे नज़रां ते आवांगे ते असी उन्हां दे सेवक बनांगे, उन्हां दे प्यारे बनांगे। इस संसारी लोगों ने की देना है? दिन ब दिन असी साडी जो शरीर है वो मौत की तरफ पड़ रहा है और असी लोग दिखावा करे जा रहे हैं, लोगों को दसी जा रहे हैं कि देखो जी मेरे को इन्ना वड्डा मकान है, इसको इन्नी वड्डी कार है, इसके कोल इन्नी प्रॉपर्टी है, बट उदा मन जो है, उदा शरीर जो है वो अंदरों खाली है। मस्कीन जी कहते हैं वो सिर्फ लोग दिखावा कर रहा है, मन करके बाणी नहीं पढ़ रहा। सानू मन करके बाणी पढ़नी चाहिए है, मन करके गुरु प्रीतम नाल जुड़ना चाहिए, तां ही साडा ये जीवन सफला हो सकता है। असी बार बार मस्कीन जी दियाँ जितनी भी असी व्याख्या कथा सुनते हाँ, मस्कीन जी यही फरमाते हैं कि सानू प्रीतम वाहिगुरू दे नाल जुड़ना चाहिए। इस कलयुगी संसार दे विच जो कलयुगी संसार दे विच जो चीज़ां हैं ये इंसान नू प्रीतम वाहिगुरू को इंसान नू दूर कर दियां हैं। सानू इहदे नाल अपने वाहिगुरू दे नाल सिमरन बाणी पढ़नी चाहिए ताकि साडा ये जो जीवन है ये सफल हो सके। संगत जी कथा बहुत प्यारी थी, काफ़ी ज़्यादा डिटेल मस्कीन जी ने समझाया कथा दे विच तुहाडे हत्थां दे बारे, इंसान दे हत्थ, इंसान दे दिमाग, इंसान दे पैरों का की रोल है इस शरीर दे विच, इस संसार दे विच वो किस तरह यूज़ कर सकते हैं। काफ़ी डिटेल दे विच मस्कीन जी ने काफ़ी समझाया।
ਸੰਗਤ ਜੀ, ਦਿਓ ਸਾਨੂੰ ਇਜਾਜ਼ਤ। ਨਵੀਂ ਕਥਾ ਵਿਚਾਰਾਂ ਦੇ ਨਾਲ ਅਸੀਂ ਫਿਰ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮਸਕੀਨ ਜੀ ਦੀ ਕਥਾ ਬਹੁਤ ਪਿਆਰੀ ਸੀ। ਕਾਫੀ ਵਿਵਰਨ ਵੀ ਸਮਝਾਇਆ ਮਸਕੀਨ ਜੀ ਨੇ ਕਿ ਇਸ ਕਲਯੁਗੀ ਸੰਸਾਰ ਦੇ ਵਿੱਚ ਸਾਨੂੰ ਆਪਣਾ ਜੀਵਨ ਮਨ ਕਰਕੇ ਬਤੀਤ ਕਰਨਾ ਚਾਹੀਦਾ ਹੈ। ਮਨ ਨੂੰ ਇਕਾਗਰ ਕਰਕੇ ਬਤੀਤ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕੋਈ ਛੋਟਾ ਪੌਦਾ ਲਗਾਉਂਦਾ ਹੈ, ਕੋਈ ਬੀਜ ਬੋਝਦਾ ਹੈ, ਉਹ ਛੋਟਾ ਪੌਦਾ ਬੰਦਾ ਹੈ, ਅਸੀਂ ਉਸ ਨੂੰ ਤੋੜ ਵੀ ਸਕਦੇ ਹਾਂ, ਉਹ ਵੱਡਾ ਹੋਏਗਾ, ਅਸੀਂ ਉਸ ਨੂੰ ਕੱਟ ਵੀ ਸਕਦੇ ਹਾਂ। ਜਦ ਉਹਦੇ ਵਿੱਚ ਫਲ ਲੱਗਿਆ, ਜਿਸ ਤਰ੍ਹਾਂ ਦਾ ਵੀ ਫਲ ਲੱਗਿਆ, ਉਹ ਫਲ ਸਾਨੂੰ ਖਾਣਾ ਪੈਣਾ ਹੈ। ਉਸ ਫਲ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਉਸ ਫਲ ਨੂੰ ਅਸੀਂ ਨਹੀਂ ਬਦਲ ਸਕਦੇ। ਉਸੇ ਤਰ੍ਹਾਂ ਸਾਡੇ ਜੀਵਨ, ਅਸੀਂ ਅਗਰ ਆਪਣੇ ਕਰਮ ਕਰਦੇ ਹਾਂ, ਕੋਈ ਗਲਤ ਕੰਮ ਕਰਦੇ ਹਾਂ, ਕੋਈ ਗਲਤ ਸੋਚ ਵਿਚਾਰ ਰੱਖਦੇ ਹਾਂ, ਉਹ ਕਰਮ ਅਸੀਂ ਆਪਣੇ ਬਦਲ ਨਹੀਂ ਸਕਦੇ। ਇਸ ਲਈ ਸਾਨੂੰ ਆਪਣੇ ਜੀਵਨ ਦੇ ਵਿੱਚ ਅੱਛੇ ਕਰਮ ਕਰਨੇ ਚਾਹੀਦੇ ਹਨ, ਅੱਛੇ ਵਿਚਾਰ ਰੱਖਣੇ ਚਾਹੀਦੇ ਹਨ, ਅੱਛੀ ਸੋਚ ਰੱਖਣੀ ਚਾਹੀਦੀ ਹੈ, ਤਾਂ ਕਿ ਸਾਡਾ ਜੋ ਜੀਵਨ ਹੈ ਉਹ ਸਾਫ਼ ਔਰ ਸੁੱਚਾ ਇਸ ਸੰਸਾਰ ਦੇ ਵਿੱਚ ਚਲੇ। ਨਾ ਕਿ ਲੋਕ ਦਿਖਾਵੇ ਲਈ ਅਸੀਂ ਚਲੀਏ। ਲੋਕ ਸੰਸਾਰ ਦੇ ਵਿੱਚ ਇਨਸਾਨ ਲੋਕ ਦਿਖਾਵਾ ਬਹੁਤ ਕਰਦੇ ਹਨ। ਮਸਕੀਨ ਜੀ ਦੱਸਦੇ ਕਹਿੰਦੇ ਹਨ ਕਿ ਲੋਕ ਦਿਖਾਵੇ ਲਈ ਲੋਕ ਦਾਨ ਕਰੇਗੇ, ਪਾਠ ਪੂਜਾ ਕਰਾਏਗੇ, ਮਨ ਕਰਕੇ ਬਾਣੀ ਨੂੰ ਨਹੀਂ ਪੜ੍ਹਦੇ। ਲੋਕ ਦਿਖਾਵੇ ਲਈ ਲੋਕ ਚਲਦੇ ਹਨ ਕਿ हाँ लोग दुनिया सोचे कि हाँ जी कितना अच्छा इंसान है, गुरसिख है, दान करता है, सब कुछ करता है, बट परमात्मा ਲਈ ਅਸੀਂ ਕੀ ਕਰਦੇ ਹਾਂ? ਆਪਣੇ ਸਰੀਰ ਦੇ ਲਈ ਕੀ ਕਰਦੇ ਹਾਂ? ਅਸੀਂ ਸਿਰਫ ਲੋਕ ਦਿਖਾਵੇ ਲਈ ਕਰਦੇ ਹਾਂ। ਮਸਕੀਨ ਜੀ ਵਿਚਾਰਦੇ ਨੇ ਕਿ ਸਾਨੂੰ ਅਗਰ ਕੋਈ ਇਨਸਾਨ ਗਲਤ ਕੰਮ ਕਰਦਾ ਹੈ, ਉਸ ਦੇ ਵਿੱਚ ਉਸਦਾ ਦਿਮਾਗ ਤੇ ਮਨ ਜੋ ਹੈ ਉਹ ਇੱਕ ਹੁੰਦਾ ਹੈ ਕਿ ਕੋਈ ਮੈਨੂੰ ਦੇਖਣ ਵਾਲੇ ਗਲਤ ਕੰਮ ਕਰਦੇ, ਕੋਈ ਚੋਰੀ ਕਰਦੇ ਮੈਨੂੰ ਕੋਈ ਦੇਖ ਨਾ ਲਏ, ਕੋਈ ਝੂਠ ਬੋਲਦੇ ਕੋਈ ਮੈਨੂੰ ਪਕੜ ਨਾ ਲਏ। ਉਹ ਇਨਸਾਨ ਬੜੀ ਚਲਾਕੀ ਦੇ ਨਾਲ ਇਹ ਕੰਮ ਕਰਦਾ ਹੈ। ਉਸ ਵਿੱਚ ਉਹਦਾ ਮਨ ਵੀ ਜੁੜੇ ਦਾ ਹੁੰਦਾ ਹੈ, ਉਹਦਾ ਦਿਮਾਗ ਵੀ ਹੁੰਦਾ ਹੈ ਔਰ ਉਹਦਾ ਸਰੀਰ ਵੀ। ਪਰ ਇਨਸਾਨ ਅਗਰ ਬਾਣੀ ਪੜ੍ਹਦਾ ਹੈ, ਨਾਮ ਸਿਮਰਨ ਜਪਦਾ ਹੈ, ਉਸ ਦੇ ਵਿੱਚ ਉਹ ਆਪਣਾ ਮਨ ਨਹੀਂ ਜੋੜਦਾ। ਲੋਕ ਦਿਖਾਵੇ ਲਈ ਉਹ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੇਗਾ, ਗੁਰਦੁਆਰੇ ਜਾਏਗਾ, अपना वेशभूष अच्छा रखेगा, बट वो सिर्फ लोग दिखावे लिया, मन करके नहीं है। सानू मन करके बाणी पढ़नी पैनी है, मन करके गुरुद्वारे जाना पैना है, मन करके अपना जीवन तां ही साडा सफल होएगा। अगर असी मन करके वाहिगुरू दे नाल जुड़ांगे, वाहिगुरू की बाणी पढ़ांगे, वाहिगुरू 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 सिमरन करांगे, तां ही तुहाडा जीवन जो है वो विच बदल जाएगा। तुहानू पता भी नहीं चलेगा कि तुहाडा जीवन किस तरह बदल रहा है। ਤੁਸੀਂ ਵਾਹਿਗੁਰੂ ਦਾ ਜਪ ਕਰਦੇ ਰਹੋਗੇ, ਤੁਹਾਡਾ ਜੀਵਨ ਬਦਲਦੇ ਤੁਹਾਨੂੰ ਪਤਾ ਨਹੀਂ ਲੱਗਦਾ। ਸੰਗਤ ਜੀ, ਕਥਾ ਬਹੁਤ ਪਿਆਰੀ ਸੀ। ਦਿਓ ਸਾਨੂੰ ਇਜਾਜ਼ਤ। ਨਵੀਂ ਕਥਾ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।